हेलो फ्रेंड्स वेलकम टू माय चैनल जिसका नाम है सिमरन पंजाबी चैनल मैं खास तौर ਤੇ ਪੰਜਾਬੀ ਦੇ ਸਟੂਡੈਂਟ ਨੇ ਬਣਾਇਆ ਜੋ ਐਨਟੀ ਐਗਜ਼ਾਮ ਤੇ ਮਾਸਟਰ ਗ੍ਰੇਡ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਡਿਫਰੈਂਟ ਤਰ੍ਹਾਂ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਹੀ ਹਾਂ ਜੋ ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਲਾਈਕ ਜ਼ਰੂਰ ਕਰਿਆ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਲੱਗਦੇ ਪਏ ਨੇ ਨਾਲ ਦੇ ਨਾਲ ਤੁਸੀਂ प्लेलिस्ट जाके वीडियोस देख सकते हो ਜਿਹੜੀ प्लेलिस्ट बनी हुई है अगर कोई वीडियो नहीं मिलती दैन प्लेलिस्ट ਤੁਸੀਂ देख सकते हो ਜਾਂ ਫਿਰ ਤੁਸੀਂ ਮੈਸੇਜ ਕਰ ਸਕਦੇ ਹੋ ਮੈਨੂੰ ਉਸ ਦੀ ਜਿਹੜੀ ਵੀਡੀਓ ਹੋਏਗੀ ਮੈਂ ਤੁਹਾਨੂੰ ਉਸ ਦਾ ਲਿੰਕ ਜਿਹੜਾ ਹੈਗਾ ਵਾ ਸ਼ੇਅਰ ਜ਼ਰੂਰ ਕਰ ਦਿਆ ਕਰਾਂਗੀ ਇਸ ਤੋਂ ਇਲਾਵਾ ਕਮਿਊਨਿਟੀ ਬਾਕਸ ਦੇ ਵਿੱਚ ਮੈਸੇਜ ਜ਼ਰੂਰ ਚੈੱਕ ਕਰਿਆ ਕਰੋ ਨਾਲ ਦੇ ਨਾਲ ਟੌਪਿਕ ਜਿਹੜੇ ਹੈਗੇ ਨੇ ਇਸ ਦੇ ਵਿੱਚ ਵੀ ਮੈਂ ਕਰਵਾ ਰਹੀ ਹਾਂ ਜੋ ਕਿ ਇੱਕ ਨੋਟਸ ਦੇ ਰੂਪ ਦੇ ਵਿੱਚ ਹੈਗੀਆਂ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਜੋ ਕਿ ਮਾਸਟਰ ਗ੍ਰੇਡ ਤੇ ਨਾਲ ਦੇ ਨਾਲ ਜਿਹੜੇ ਹੈਗੇ ਨੇ ਸਾਡੇ ਐਨਟੀਏ ਯੂਜੀਸੀ ਨੈਟ ਪੰਜਾਬੀ ਦੇ ਸਟੂਡੈਂਟ ਉਹਨਾਂ ਵਾਸਤੇ ਵੀ ਕਾਫੀ ਇੰਪੋਰਟੈਂਟ ਹੈ ਸੋ ਅੱਜ ਅਸੀਂ ਜਿਹੜੇ ਚੀਜ਼ਾਂ ਮੈਂ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਕਾਫੀ ਇੰਪੋਰਟੈਂਟ ਹੈ ਮੇਨ ਇਸ ਦੇ ਵਿੱਚ ਜੋ ਚੀਜ਼ ਮੈਂ ਕਰਵਾਵਾਂਗੀ ਹਾਈਲਾਈਟਡ ਤੁਸੀਂ ਜਸਟ ਉਸ ਨੂੰ ਹੀ ਵੀਡੀਓ ਪੋਸਟ ਕਰਕੇ ਇੱਕ ਤਰੀਕੇ ਦੇ ਨਾਲ ਰੋਕ ਕੇ ਤੁਸੀਂ ਉਸ ਨੂੰ ਨੋਟ ਆਊਟ ਜ਼ਰੂਰ ਕਰ ਲੈਣਾ ਹੈ ਠੀਕ ਹੈ ਸੋ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਸੱਭਿਆਚਾਰ ਤੇ ਜਿਹੜੇ ਲੋਕ ਧਾਰਾ ਉਹਨਾਂ ਦੇ ਨਾਲ ਰਿਲੇਟਡ ਜਿਹੜੇ ਸਾਡੇ ਪੱਛਮੀ ਵਿਦਵਾਨ ਆਉਂਦੇ ਨੇ ਜਾਂ ਫਿਰ ਕਹਿ ਲਓ ਇੱਧਰ ਦੇ ਉਹਨਾਂ ਦੁਆਰਾ ਜਿਹੜੀਆਂ ਕਿਤਾਬਾਂ ਹੋਣਗੀਆਂ ਜੋ ਲਿਖੀਆਂ ਗਈਆਂ ਤੇ ਜਿਸ ਵਿਸ਼ਿਆਂ ਨੂੰ ਆਧਾਰ ਬਣਾ ਕੇ ਲਿਖੀਆਂ ਗਈਆਂ ਉਹ ਅੱਜ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਸੱਭਿਆਚਾਰ ਅਧਿਐਨ ਦੇ ਮੁੱਢਲੇ ਯਤਨ ਕਿਉਂਕਿ ਅਸੀਂ ਸੱਭਿਆਚਾਰ ਤੇ ਲੋਕਧਾਰਾ ਵਾਲਾ ਜਿਹੜੇ ਟੌਪਿਕ ਹੈਗੇ ਨੇ ਕੰਬਾਈਨ ਹੀ ਕਰਨੇ ਨੇ ਇਸੇ ਯੂਨਿਟ ਦੇ ਵਿੱਚ ਜਿਹੜੇ ਮੈਂ ਕਰਵਾ ਰਹੀ ਹਾਂ ਸੋ ਉਸੇ ਦੇ ਨਾਲ ਹੀ ਤੁਸੀਂ ਇਹ ਰਿਲੇਟਡ ਹੈਗੇ ਨੇ ਸੱਭਿਆਚਾਰ ਦੇ ਸੁਤੰਤਰ ਅਨੁਸ਼ਾਸਨ ਵਜੋਂ ਸੰਸਾਰ ਪੱਧਰ ਤੇ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਬਹੁਤ ਸਾਰੇ ਨਾਮਵਰ ਸਮਾਜ ਵਿਗਿਆਨੀਆਂ ਨੇ ਆਪਣੀ ਭੂਮਿਕਾ ਨਿਭਾਈ ਹੈ ਕਿਉਂਕਿ ਸੱਭਿਆਚਾਰ ਤੇ ਸਮਾਜ ਦਾ ਰਿਸ਼ਤਾ ਕਾਫੀ ਇੰਪੋਰਟੈਂਟ ਹੁੰਦਾ ਹੈ ਇਸ ਦੇ ਵਿਸਤ੍ਰਿਤ ਪਾਠ ਤੇ ਵਿਸ਼ਲੇਸ਼ਣ ਦੀ ਹੁਣ ਦੇਖੋ ਨਾਲ ਦੇ ਨਾਲ ਤੁਸੀਂ ਇੱਥੇ ਲਿਖੀ ਜਾਣੇ ਨੇ ਕਿਹੜੀਆਂ ਕਿਹੜੀਆਂ ਹੈਗੀਆਂ ਨੇ ਸਭ ਤੋਂ ਇਸ ਦੀ ਪਹਿਲੀ ਪ੍ਰਮਾਣਿਕ ਪੁਸਤਕ ਸਾਨੂੰ ਜਿਹੜੀ ਮਿਲਦੀ ਹੈ ਪ੍ਰਿਮਿਟਿਵ ਕਲਚਰ ਸਾਡੇ ਧਿਆਨ ਗੋਚਰ ਆਈ ਹੈ ਲੇਖਕ ਇਸ ਦੇ ਈਬੀ ਟਾਇਲਰ ਅਤੇ ਜੌਨ ਮੁਰੇ ਤੇ ਐਲਬਰਨਰ ਸਟਰੀਟ ਲੰਡਨ ਦੇ ਵੱਲੋਂ ਇਹ 1920 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਪੁਆਇੰਟ ਤੁਸੀਂ ਨੋਟ ਕਰਨਾ ਹੈ ਨੰਬਰ 1 ਇੱਥੇ ਮੈਂ ਕਰ ਦਿੰਦੀ ਆ ਇੱਕ ਇਹ ਠੀਕ ਹੈ ਸੈਕਿੰਡ ਜਿਹੜਾ ਹੈਗਾ ਇਹ ਤੁਸੀਂ ਇਹ ਵੀ ਨੰਬਰ 1 ਇੱਥੇ ਆਏਗਾ ਇਹਨਾਂ ਦਾ ਤੇ ਇਹ ਵੀ ਨੰਬਰ 1 ਇੱਥੇ ਆਏਗਾ ਪੁਸਤਕ ਨਾਮ ਜਿਨ੍ਹਾਂ ਨੇ ਲਿਖੀ ਕਦੋਂ ਪ੍ਰਕਾਸ਼ਿਤ ਹੋਈ ਠੀਕ ਹੈ ਹੁਣ ਇਸ ਦੇ ਵਿੱਚ ਇਹ ਚੀਜ਼ ਤੁਸੀਂ ਦੇਖਣੀ ਹੈ ਇਹਦੇ ਵਿੱਚ ਉਹਨਾਂ ਨੇ ਸੱਭਿਆਚਾਰ ਦੀ ਪਰਿਭਾਸ਼ਾ ਸੰਕਲਪ ਤੇ ਵੱਖ-ਵੱਖ ਪਹਿਲੂਆਂ ਦੇ ਬਾਰੇ ਇੱਕ ਜਿਹੜੀ ਪੁਸਤਕ ਸੀ ਇਹ ਅਧਿਐਨ ਕਰਦੀ ਹੈ ਠੀਕ ਹੈ ਤੇ ਇਸ ਦੇ ਨਾਲ ਹੀ ਇਹ ਪੁਸਤਕ ਸੱਭਿਆਚਾਰ ਦੀ ਸਾਰਥਿਕਤਾ ਨੂੰ ਵੀ ਉਭਾਰਦੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਸਾਡੇ ਕੋਲ ਸੈਕਿੰਡ ਪੁਆਇੰਟ ਹੈਗਾ ਹੈ ਤੇ ਇਸੇ ਅਧਿਐਨਾਂ ਦੀ ਵੰਨਗੀ ਵਿੱਚ ਐਲ ਏ ਵਾਈਟ ਦੀ ਪੁਸਤਕ ਸਾਇੰਸ ਆਫ ਕਲਚਰ ਜਿਹੜੀ ਕਿ 1970 ਜਿਹੜੀ ਗਈ ਸੀ ਇਸ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਸਮਾਜ ਸਾਹਮਣੇ ਆਈ ਸੀ ਤੇ ਇਸ ਦੇ ਵਿੱਚ ਉਹਨਾਂ ਨੇ ਸੱਭਿਆਚਾਰ ਵਰਤਾਰੇ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਪਰਖਣ ਦਾ ਉਪਰਾਲਾ ਕੀਤਾ ਇਹ ਵੀ ਚੀਜ਼ ਤੁਸੀਂ ਨੋਟ ਕਰਨੀ ਹੈ ਕਿਉਂਕਿ ਕਈ ਵਾਰੀ ਇਹ ਚੀਜ਼ ਵੀ ਆਉਂਦੀ ਗਈ ਹੈ ਕਿ ਕਿਹੜੀ ਦ੍ਰਿਸ਼ਟੀ ਦੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਜਾਂ ਇਸ ਪੁਸਤਕ ਨੂੰ ਲਿਖਿਆ ਸੀ ਵਾਚਿਆ ਸੀ ਜਾਂ ਫਿਰ ਅਧਿਐਨ ਕੀਤਾ ਸੀ ਥਰਡ ਸਾਡੇ ਕੋਲ ਇਸ ਦੇ ਵਿੱਚ ਆਉਂਦੇ ਨੇ ਫਰੇਜ਼ਰ ਨਾਮ ਉਹਨਾਂ ਦੀ ਪੁਸਤਕ ਦਾ ਦ ਗੋਲਡਨ ਬਗ 1976 ਦੇ ਵਿੱਚ ਸਾਡੀ ਇਹ ਧਿਆਨ ਗੋਚਰੀ ਹੁੰਦੀ ਹੈ ਆਧੁਨਿਕ ਚਿੰਤਨ ਵਿੱਚ ਸਮਾਜ ਸੱਭਿਆਚਾਰ ਨੂੰ ਸਮਾਜ ਦੇ ਅਧਿਐਨ ਤੋਂ ਇਹ ਵਿਸ਼ਲੇਸ਼ਿਤ ਕਰਦੇ ਆ ਮਤਲਬ ਤੁਸੀਂ ਡਾਇਰੈਕਟ ਇਸ ਤਰ੍ਹਾਂ ਲਿਖਣਾ ਹੈ ਕਿ ਇਹ ਵਾਲੀ ਪੁਸਤਕ ਉਹਨਾਂ ਨੇ ਜਿਹੜਾ ਹੈਗਾ ਵਾ ਸੱਭਿਆਚਾਰ ਨੂੰ ਸਮਾਜ ਦੇ ਅਧਿਐਨ ਦੇ ਜਿਹੜੇ ਕੇਂਦਰੀ ਨੁਕਤੇ ਆ ਉਹ ਇਸ ਦੇ ਵਿੱਚ ਦਰਸਾਏ ਗਏ ਨੇ ਠੀਕ ਹੈ ਹੁਣ ਇਸ ਤੋਂ ਇਲਾਵਾ ਸਾਡੇ ਇੱਥੇ ਇਤਿਹਾਸਿਕ ਸਫ਼ਰ ਜਿਹੜਾ ਹੈਗਾ ਵਾ ਸੱਭਿਆਚਾਰ ਤੇ ਸੱਭਿਆਚਾਰਕ ਅਧਿਐਨ ਜਿਹੜਾ ਹੈਗਾ ਵਾ ਉਸਦੇ ਇਤਿਹਾਸਿਕ ਸਫ਼ਰ ਦੇ ਵਿੱਚ 20ਵੀਂ ਸਦੀ 'ਚ ਵੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਗਈਆਂ ਸੀ ਠੀਕ ਹੈ ਵਿਸ਼ੇਸ਼ਤਾ ਇਹਨਾਂ ਦੀ ਸੀ ਕਿ ਸੱਭਿਆਚਾਰਕ ਅਧਿਐਨ ਲਈ ਵਿਸ਼ੇਸ਼ ਅੰਤਰਦ੍ਰਿਸ਼ਟੀਆਂ ਨੂੰ ਉਜਾਗਰ ਕਰਨ ਦੇ ਨਾਲ ਸਪਸ਼ਟ ਪਹਿਚਾਣਦੇ ਨੇ ਮਤਲਬ ਜਿਹੜੇ ਜਿਵੇਂ ਕਹਿ ਸਕਦੇ ਹਾਂ ਜਿਵੇਂ ਮੈਂ ਪੜ੍ਹਾਇਆ ਸੀ ਨਾ ਕਿ ਸੱਭਿਆਚਾਰ ਜਾਂ ਲੋਕਧਾਰਾ ਨੂੰ ਜਦੋਂ ਅਸੀਂ ਅਧਿਐਨ ਕਰਦੇ ਹਾਂ ਤਾਂ ਕਿਹੜੀਆਂ-ਕਿਹੜੀਆਂ ਪ੍ਰਣਾਲੀਆਂ ਯੂਜ਼ ਹੁੰਦੀਆਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ ਯੂਜ਼ ਕਰਦੇ ਹਾਂ ਸੋ ਇਹ ਇਸ ਦੇ ਵਿੱਚ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਅੰਤਰਦ੍ਰਿਸ਼ਟੀਆਂ ਦੀਆਂ ਨੇ ਵੱਖ-ਵੱਖ ਜਿਹੜੀਆਂ ਅਧਿਐਨ ਪ੍ਰਣਾਲੀਆਂ ਇੱਕ ਤੋਂ ਜ਼ਿਆਦਾ ਜਦੋਂ ਯੂਜ਼ ਕਰਦੇ ਠੀਕ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਇਹਨਾਂ ਦੀ ਆਂਦੀ ਹੈਗੀ ਆ ਸੋਸਿਓਰ ਦੀ ਭਾਸ਼ਾ ਵਿਗਿਆਨ ਅਤੇ ਸਿਧਾਂਤਕ ਪੁਸਤਕ ਆਂਦੀ ਹੈਗੀ ਆ ਨਾਮ ਉਸਦਾ ਕੋਰਸ ਇਨ ਜਨਰਲ ਲਿੰਗੁਇਸਟਿਕ 1959 ਚ ਪ੍ਰਕਾਸ਼ਿਤ ਹੋਈ ਤੇ ਇਹ ਜਿਹੜੀ ਹੈਗੀ ਸੀ ਸਾਰੇ ਸਮਾਜ ਵਿਗਿਆਨ ਤੇ ਕਲਾਵਾਂ ਦੇ ਖੇਤਰ ਵਿੱਚ ਇੱਕ
ਨਿਵੇਕਲੀ ਥਾਂ ਲੈਣ ਯੋਗ ਬਣੀ ਸੀ ਇੱਕ ਤਾਂ। ਇਹਨਾਂ ਵਿੱਚ ਉਹਨਾਂ ਨੇ ਕੀ ਵਾ ਭਾਸ਼ਾ ਸਿਸਟਮ ਅਤੇ ਚਿੰਨ੍ਹ ਵਿਗਿਆਨ ਵਰਗੇ ਜਿਹੜੇ ਅਧਿਐਨ ਮਾਡਲ ਉਹਨਾਂ ਨੇ ਨਿਰਧਾਰਿਤ ਕੀਤੇ ਸੀ। ਠੀਕ ਹੈ, ਸੋ ਇਹ ਮੇਰੀ ਜਿਹੜੀ ਪੁਸਤਕ ਹੈਗੀ ਅੱਜ ਵੀ ਅਸੀਂ ਇਸ ਦੇ ਬਾਰੇ ਪੜ੍ਹਦੇ ਹਾਂ। ਨੈਕਸਟ ਆਉਂਦੀ ਹੈਗੀ ਸਾਡੇ ਕੋਲ ਇਸ ਦੇ ਵਿੱਚ ਬਿਊਮਨ ਦੀ ਆਉਂਦੀ ਹੈਗੀ ਆ ਕਲਚਰ ਐਂਡ ਪ੍ਰੈਕਟਿਸ, ਜਿਹੜੀ ਉਹਨਾਂ ਨੇ 1973 ਦੇ ਵਿੱਚ ਛਾਪੀ ਸੀ। ਇਹ ਵੀ ਵਿਗਿਆਨਕ ਵਿਧੀ ਦਾ ਉੱਤਮ ਨਮੂਨਾ ਆਉਂਦੀ ਹੈਗੀ ਆ। ਹੁਣ ਇਹਨਾਂ ਨੇ ਇੱਥੇ ਜਿਹੜੀ ਹੈਗੀ ਆ ਇਹਨਾਂ ਦਾ ਇੱਕ ਮਤ ਪੇਸ਼ ਕੀਤਾ ਹੈਗਾ ਵਾ ਜੋ ਕਿ ਅਸੀਂ ਸਕਿਪ ਕਰ ਸਕਦੇ ਹਾਂ, ਪਰ ਜਸਟ ਇੱਕ ਅੱਧਾ ਜ਼ਰੂਰ ਅਸੀਂ ਪੜ੍ਹ ਲੈਂਦੇ ਹਾਂ। ਇਹਨਾਂ ਨੇ ਕਿਹਾ ਸੀ ਕਿ ਮਨੁੱਖੀ ਪ੍ਰੈਕਟਿਸ ਯਾਨੀ ਕਿ ਰੀਤੀ ਰਿਵਾਜ, ਰਸਮ, ਨੇਮ, ਆਚਾਰ ਚਰਿੱਤਰ ਆਦਿ ਬਾਰੇ ਸੰਰਚਨਾਤਮਕ ਪਹੁੰਚ ਵਿਧੀ ਤੇ ਬਹਿਸ ਗੋਚਰੇ ਸੱਭਿਆਚਾਰਕ ਸਮਾਜਿਕ ਪੈਰਾਡਾਈਮ ਦੇ ਮਸਲੇ ਦਾ ਤਸੱਲੀ ਬਖਸ਼ ਹੱਲ ਲੱਭਣ ਦਾ ਇੱਕ ਨਵਾਂ ਜਿਹੜਾ ਮੌਕਾ ਹੈਗਾ ਇਹ ਬਖਸ਼ਦੀ ਹੈ। ਠੀਕ ਹੈ, ਨੈਕਸਟ ਸਾਡੇ ਕੋਲ ਜਿਹੜੀ ਕਿਤਾਬ ਆਉਂਦੀ ਗਿਆ ਸੱਭਿਆਚਾਰ ਦੇ ਅਧਿਐਨ ਦੇ ਖੇਤਰ ਵਿੱਚ ਲੈਵੀ ਸਟਰਾਸ ਦੀ, ਜੋ ਕਿ 2 ਪੁਸਤਕਾਂ ਉਹਨਾਂ ਦੀ ਸਟਰਕਚਰ ਐਂਥ੍ਰੋਪੋਲੋਜੀ 2 ਜਿਲਦਾਂ ਦੇ ਵਿੱਚ, ਇੱਕ ਆਉਂਦੀ ਹੈ ਦ ਐਲੀਮੈਂਟਰੀ ਸਟਰਕਚਰ ਆਫ ਕਿੰਗਸ਼ਿਪ ਐਂਡ ਦ ਰਾ ਐਂਡ ਦ ਕੁਕਡ। ਠੀਕ ਹੈ, ਯਾਨੀ ਕਿ ਇੱਕ ਪੁਸਤਕ ਇਹ ਹੈਗੀ ਹੈ ਜਿਸ ਦੇ 2 ਪਾਰਟ ਕੀਤੇ ਸੀ, ਜੋ ਕਿ ਦ ਐਲੀਮੈਂਟਰੀ ਸਟਰਕਚਰ ਆਫ ਕਿੰਗਸ਼ਿਪ ਤੇ ਰਾ ਐਂਡ ਦ ਕੁਕਡ ਪੁਸਤਕਾਂ ਜਿਹੜੀਆਂ ਇਹਨਾਂ ਨੇ 1969 ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਸੀ। ਤੇ ਵਿਸ਼ੇਸ਼ਤਾ ਹੈਗੀ ਹੈ ਸੱਭਿਆਚਾਰ ਨੂੰ ਸਮਝਣ ਤੇ ਅਧਿਐਨ ਦੇ ਨਵੀਂ ਜ਼ਰੀਏ ਜਿਹੜੇ ਹੈਗੇ ਨੇ ਇਹ ਸਾਨੂੰ ਕਿਤਾਬ ਦਿੰਦੀ ਹੈ। ਅੱਜ ਵੀ ਇਸ ਦੀ ਮਹੱਤਤਾ ਉਨੀ ਹੀ ਹੈਗੀ। ਨੈਕਸਟ ਆਉਂਦੀ ਕਿ ਸਾਡੇ ਕੋਲ ਸਮਾਜ ਵਿਗਿਆਨ ਦੇ ਖੇਤਰ ਵਿੱਚ ਕਹਿੰਦੇ ਕਾਰਲ ਮਾਰਕਸ ਤੇ ਫਰੈਡਰਿਕ ਐਗਲਸ ਦੀਆਂ ਲਿਖਤਾਂ ਕਿਹੜੀਆਂ ਹੈਗੀਆਂ ਨੇ, ਦ ਰੀਜਨ ਆਫ ਦੀ ਫੈਮਿਲੀ, ਪ੍ਰਾਈਵੇਟ ਪ੍ਰੋਪਰਟੀ, ਦ ਸਟੇਟ ਜਿਹੜੀ ਹੈਗੀ ਹੈ ਸਾਡੇ ਕੋਲ 1972 ਦੇ ਵਿੱਚ। ਸੈਕਿੰਡ ਦੇ ਵਿੱਚ ਆਉਂਦੀ ਹੈਗੀ ਹੈ ਇਕਨੋਮਿਕ ਐਂਡ ਫਿਲੋਸਫਿਕ ਮਨੂਸਕ੍ਰਿਪਟ ਜੋ ਕਿ 74 ਦੇ ਵਿੱਚ। ਸਮਾਜ ਨੂੰ ਸਮਝਣ ਤੇ ਅਧਿਐਨ ਲਈ ਵਿਭਿੰਨ ਸਮਾਜਾਂ ਤੇ ਸੱਭਿਆਚਾਰਾਂ ਦੇ ਸਿਰਜਣ ਪ੍ਰਕਿਰਿਆ ਬਾਰੇ ਲੁਪਤ ਕਾਰਨਾਂ ਨੂੰ ਸਮਝਣ ਤੇ ਵਿਚਾਰਨ ਤੇ ਜ਼ੋਰ ਦਿੰਦੀ ਹੈ। ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਨੂੰ ਹੋਰ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ, ਕਿਹੜੇ ਸਮਾਜ ਨੂੰ ਪ੍ਰਭਾਵਿਤ ਕਰਦੇ ਹੈਗੇ ਨੇ, ਜਿਵੇਂ ਅਨੁਸ਼ਾਸਨ ਕਹਿ ਸਕਦੇ ਹੋ ਤੁਸੀਂ, ਕਿਹੜੀਆਂ ਚੀਜ਼ਾਂ ਜਿਹੜੇ ਉਸਨੂੰ ਇੱਕ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ, ਉਹਨਾਂ ਚੀਜ਼ਾਂ ਨੂੰ ਇੱਥੇ ਜਿਹੜੀ ਹੈਗੀ ਆ ਪੁਆਇੰਟ ਆਊਟ ਕੀਤਾ ਹੋਇਆ ਇਸ ਬੁੱਕ ਦੇ ਵਿੱਚ। ਤੇ ਇਸ ਦੇ ਵਿੱਚ ਉਹਨਾਂ ਨੇ ਵਿਗਿਆਨਿਕ ਤੇ ਤਾਰਕਿਕ ਦ੍ਰਿਸ਼ਟੀ ਵੀ ਸਾਹਮਣੇ ਲੈ ਕੇ ਆਏ ਨੇ। ਮੈਂ ਇੱਥੇ ਨੰਬਰ ਤਾਂ ਪਾ ਰਹੀ ਹਾਂ ਕਿਉਂਕਿ ਤੁਹਾਨੂੰ ਪਤਾ ਲੱਗ ਜਾਏ ਕੀ ਚੀਜ਼ ਨੋਟ ਆਊਟ ਕਰਨੀ ਹੈਗੀ ਹੈ। ਠੀਕ ਹੈ, ਸੋ ਇਹ ਵੀ ਚੀਜ਼ ਇੱਥੇ ਤੁਸੀਂ ਨੋਟ ਆਊਟ ਕਰ ਸਕਦੇ ਹੋ। ਇਸ ਪੜਾਅ ਦੇ ਉੱਤੇ ਆ ਕੇ ਸੱਭਿਆਚਾਰ, ਇੱਥੇ ਸੱਭਿਆਚਾਰ ਹੈਗਾ ਜੀ ਅਧਿਐਨ ਦੇ ਖੇਤਰ ਵਿੱਚ ਅੰਤਰ ਅਨੁਸ਼ਾਸਨੀ ਮਸਲਾ ਵੀ ਚਰਚਾ ਦਾ ਵਿਸ਼ਾ ਬਣਿਆ। ਮਤਲਬ ਜਿਵੇਂ ਇੱਕ ਤੋਂ ਜ਼ਿਆਦਾ ਜਦੋਂ ਅਸੀਂ ਵਿਧੀਆਂ ਯੂਜ਼ ਕਰਦੇ ਇੱਕ ਚੀਜ਼ ਨੂੰ ਪਰਖਣ ਦੇ ਵਾਸਤੇ, ਉਹ ਅੰਤਰ ਅਨੁਸ਼ਾਸਨੀ ਵਿਧੀ ਆਉਂਦੀ ਹੈ। ਠੀਕ ਹੈ, ਸੋ ਇਸ ਦੇ ਅੰਤਰਗਤ ਰੇਮੰਡ ਵਿਲੀਅਮਸ ਨੇ ਸਾਨੂੰ 2 ਪੁਸਤਕਾਂ ਦਿੱਤੀਆਂ, ਕਲਚਰ ਐਂਡ ਸੋਸਾਇਟੀ ਜੋ ਕਿ 1970 ਦੇ ਵਿੱਚ, ਮਾਰਕਸਿਜ਼ਮ ਐਂਡ ਲਿਟਰੇਚਰ ਜੋ ਕਿ 77 ਦੇ ਵਿੱਚ ਇਹ ਆਈਆਂ ਸੀ। ਇਹ ਪੁਸਤਕਾਂ ਸੱਭਿਆਚਾਰ ਦੇ ਸੰਕਲਪ ਸਰੂਪ ਤੇ ਵਿਲੱਖਣਤਾਵਾਂ ਅਤੇ ਸਮਾਨ ਪਹਿਲੂਆਂ ਨੂੰ ਜਿਹੜਾ ਹੈਗਾ ਵਾ ਪਛਾਣ ਦਿੰਦਿਆਂ ਬਹੁਪੱਖੀ ਪਹਿਲੂਆਂ ਨੂੰ ਅਧਿਐਨ ਦਾ ਵਿਸ਼ਾ ਬਣਾਉਂਦੀ ਹੈ। ਨੈਕਸਟ ਆਉਂਦੇ ਹੈਗੇ ਸੀ ਮੈਲਿਨੋਵਸਕੀ, ਜਿਹੜੇ ਆਉਂਦੇ ਸਾਡੇ ਕੋਲ, ਉਹਨਾਂ ਦੀ ਪੁਸਤਕ ਦਾ ਸਾਇੰਟੀਫਿਕ ਥਿਊਰੀ ਆਫ ਕਲਚਰ ਐਂਡ ਅਦਰ ਐਸੇ ਜਿਹੜੀ ਕਿ 69 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਜਿਹੜੀ ਪੁਸਤਕ ਹੈਗੀ ਹੈ ਸੱਭਿਆਚਾਰ ਅਧਿਐਨ ਦੇ ਮਾਡਲ ਦੀ ਤਲਾਸ਼ ਕਰਨ ਵਾਸਤੇ ਤੁਲਨਾਤਮਕ ਤੇ ਅੰਤਰ ਅਨੁਸ਼ਾਸਨੀ ਜਿਹੜੀ ਹੈਗੀ ਦ੍ਰਿਸ਼ਟੀ ਦੇ ਆਧਾਰ ਤੇ ਪਾਠਕਾਂ ਨੂੰ ਅਰਪਿਤ ਕੀਤੀ। ਮਤਲਬ ਜਿਹੜਾ ਹੈਗਾ ਵਾ ਸੱਭਿਆਚਾਰ ਦਾ ਜਦੋਂ ਅਧਿਐਨ ਕੀਤਾ ਜਾਂਦਾ ਹੈਗਾ ਵਾ, ਤੁਲਨਾ ਕੀਤੀ ਜਾਂਦੀ ਹੈ ਦੂਸਰੇ ਚੀਜ਼ਾਂ ਦੇ ਨਾਲ, ਕੰਪੈਰੀਜ਼ਨ ਕੀਤਾ ਜਾਂਦਾ, ਚਾਹੇ ਉਹ ਕੋਈ ਵੀ ਤੁਸੀਂ ਅਨੁਸ਼ਾਸਨ ਹੋਵੇ, ਕੁਝ ਵੀ ਚੀਜ਼ ਹੋਵੇ, ਤੇ ਨਾਲ ਇਸ ਦੇ ਵਿੱਚ ਅੰਤਰ ਅਨੁਸ਼ਾਸਨੀ ਪਹੁੰਚ ਵਿਧੀ ਯੂਜ਼ ਕੀਤੀ ਜਾਂਦੀ ਹੈ। ਇਸ ਪੁਸਤਕ ਦੇ ਆਧਾਰ ਤੇ ਸੱਭਿਆਚਾਰ ਅਧਿਐਨ ਦੀਆਂ ਕੋਸ਼ਿਸ਼ਾਂ ਕੀ ਹੁੰਦੀਆਂ ਰਹੀਆਂ ਨੇ, ਤੇ ਇਹਨਾਂ ਚਿੰਤਕਾਂ ਨੇ ਸਥਾਨਕ ਸੱਭਿਆਚਾਰ ਨੂੰ ਸਮਝਣ ਲਈ ਨਵੇਂ ਜਿਹੜੇ ਦ੍ਰਿਸ਼ਟੀਕੋਣ ਵੀ ਦਿੱਤੇ ਸੀ। ਅਜਿਹੇ ਯਤਨਾਂ ਰਾਹੀਂ ਨਵ ਬਸਤੀਵਾਦੀ ਤੇ ਸਾਮਰਾਜੀ ਸੱਭਿਆਚਾਰ ਦੀ ਕੂਟਨੀਤੀ ਜਿਹੜੀਆਂ ਚਾਲਾਂ ਨੂੰ ਵੀ ਨਸ਼ਰ ਕੀਤਾ ਗਿਆ। ਹੁਣ ਅੱਗੇ ਆਉਂਦੇ ਸਾਡੇ ਕੋਲ ਚੌਮਸਕੀ, ਪ੍ਰੋਫਿਟ ਓਵਰ ਪੀਪਲ, ਨਿਊ ਲਿਬਰੇਜ਼ਮ ਐਂਡ ਗਲੋਬਲ ਆਰਡਰ। ਇਹ ਵੀ ਇੱਕ ਸਥਾਨਕ ਦੀ ਹੈ। ਇਸ ਤੋਂ ਬਾਅਦ ਐਡਵਰਡ ਡਬਲਿਊ ਸੈਯਦ ਦੀਆਂ 2 ਪੁਸਤਕਾਂ, ਓਰੀਐਂਟਲਿਜ਼ਮ, ਇਹ ਮੈਂ 10 ਪਾ ਦਿੰਦੀ ਹਾਂ ਨੰਬਰ। ਇਸ ਤੋਂ ਇਲਾਵਾ ਕਲਚਰ ਐਂਡ ਇੰਪੀਰੀਅਲਿਜ਼ਮ, ਇਹ ਜਿਹੜੀ ਹੈਗੀ ਸੀ 94 ਦੇ ਵਿੱਚ ਆਈ ਸੀ। ਹੁਣ ਤੁਸੀਂ ਕਹੋਗੇ ਕਿ ਇਹ ਵਾਲੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਅਸੀਂ ਕਿਉਂ ਪੜ੍ਹੀਏ, ਕਿਉਂ ਇਹਨਾਂ ਨੂੰ ਨੋਟ ਆਊਟ ਕਰੀਏ, ਦਿਮਾਗ ਦੇ ਵਿੱਚ ਜਾਂਦਾ ਤਾਂ ਕਿ ਇਹ ਚੀਜ਼ਾਂ ਨਹੀਂ ਹੁੰਦੀਆਂ ਆਉਂਦੀਆਂ ਨੇ। ਜਿੰਨੀਆਂ ਵੀ ਅੱਜ ਤੱਕ ਮੈਂ ਕਿਤਾਬਾਂ ਕਰਵਾਈਆਂ ਨੇ ਉਹਨਾਂ ਦੇ ਵਿੱਚੋਂ
ਬਹੁਤ ਸਾਰੀਆਂ ਤੁਹਾਨੂੰ ਪੇਪਰ ਦੇ ਵਿੱਚ ਆਈਆਂ ਹੀ ਆਈਆਂ ਨੇ। ਸੋ ਇਸ ਚੀਜ਼ ਨੂੰ ਜਿੱਥੋਂ ਵੀ ਕਹਿ ਸਕਦੇ ਹੋ ਤੁਸੀਂ ਲਰਨ ਕਰ ਸਕਦੇ ਹੋ, ਕਰੋ, ਕਿਉਂਕਿ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ। ਜਿੰਨਾ ਤੁਸੀਂ ਕਰੋਗੇ ਲਰਨ, ਉਨਾ ਹੀ ਤੁਹਾਡਾ ਗਿਆਨ ਵਧੇਗਾ। ਫਿਰ ਬਾਅਦ ਦੇ ਵਿੱਚ ਤੁਹਾਨੂੰ ਪ੍ਰੋਬਲਮ ਨਹੀਂ ਹੋਏਗੀ। ਮੇਨ ਗੱਲ ਇਹ ਹੁੰਦੀ ਹੈ, ਪੜ੍ਹੇ ਹੋਵੋਗੇ ਤਾਂ ਪਤਾ ਹੋਏਗਾ, ਨਹੀਂ ਪੜ੍ਹੋਗੇ ਤਾਂ ਫਿਰ ਪਤਾ ਕਿਸ ਤਰ੍ਹਾਂ ਚੱਲੇਗਾ। ਨਾਲੇ ਇਹ ਹੈਗਾ ਵਾ ਕਿ ਇਹ ਨੈਟ ਹੈਗਾ, ਇਸ ਵਾਰ ਦਾ ਤੁਸੀਂ ਰਿਜ਼ਲਟ ਵੀ ਵੇਖਿਆ ਕਿਸ ਹਿਸਾਬ ਦੇ ਨਾਲ ਦਿੱਤਾ ਹੈਗਾ। 98 ਵਾਲੇ ਜਾਂ 94 ਤੱਕ ਵਾਲੇ ਬੱਚੇ ਨਹੀਂ ਪਾਸ ਹੋਏ। ਸੋ ਇਸ ਕਰਕੇ ਆਪਣਾ ਲੈਵਲ ਉੱਚਾ ਰੱਖੋ, ਠੀਕ ਹੈ। ਸੋ ਇਹਨਾਂ ਨੇ ਸਮਾਜ ਵਿਗਿਆਨੀਆਂ ਵਾਸਤੇ ਜਿਹੜੇ ਹੈਗੇ ਸੀ, ਇਹ ਵੀ ਨਵੇਂ ਨਜ਼ਰੀਏ ਇਸ ਦੇ ਵਿੱਚ ਦਿੱਤੇ ਹੈਗੇ ਸੀ। ਤੇ ਇਹ ਜਿਹੜਾ ਹੈਗਾ ਸੀ, ਇਸ ਦੇ ਵਿੱਚ ਉਹਨਾਂ ਨੇ ਇੱਕ ਕਿਸਮ ਦਾ ਡੈਂਟ ਪਾਇਆ ਸੀ ਜੋ ਇਤਿਹਾਸਿਕ ਤੇ ਵਿਚਾਰਧਾਰਕ ਪਹਿਲੂ ਸੀ। ਕਿਉਂਕਿ ਐਡਵਰਡ ਸਈਅਰ ਨੇ ਮਾਰਕਸ ਵਿਚਾਰਧਾਰਾ ਦੇ ਨਾਲ ਪੱਛਮੀ ਤੇ ਪੂਰਵਵਾਦੀ ਦ੍ਰਿਸ਼ਟੀ ਨੂੰ ਪੁਨਰ ਪਰਿਭਾਸ਼ਿਤ ਇਸ ਦੇ ਵਿੱਚ ਕੀਤਾ ਹੈ। ਇਸ ਦੇ ਵਿੱਚ ਇਹ ਵਾਲੀ ਚੀਜ਼ ਮੈਂ ਸਕਿਪ ਕਰਾਂਗੀ, ਕਿਉਂਕਿ ਇਹ ਵਾਲੀ ਚੀਜ਼ ਤੁਸੀਂ ਖੁਦ ਇਹਦੇ ਵਿੱਚ ਲਰਨ ਕਰਨੀ ਹੈਗੀ ਹੈ। ਤਾਂ ਹੀ ਮੈਂ ਸਲੋ ਅੱਗੇ ਲੈ ਕੇ ਜਾ ਰਹੀ ਹਾਂ, ਤੁਸੀਂ ਇੱਕ ਜਗ੍ਹਾ ਪੌਜ਼ ਕਰਕੇ ਇਸ ਨੂੰ ਪੜ੍ਹ ਸਕਦੇ ਹੋ। ਅੱਗੇ ਆਇੰਦਾ ਹੈਗਾ ਵਾ ਸਾਡੇ ਕੋਲ ਨਵ ਬਸਤੀਵਾਦੀ ਸੱਭਿਆਚਾਰਕ ਅਧੀਨ। ਸਾਡੇ ਕੋਲ ਨੈਕਸਟ ਜਿਹੜੀ ਕਿਤਾਬ ਆ ਜਾਂਦੀ ਹੈ, ਰੁਕੋ ਇਹਦੇ ਵਿੱਚ, ਹਾਂ, ਇਜਾਜ਼ ਅਹਿਮਦ ਨੇ ਆਪਣੀ ਪੁਸਤਕ ਲੈਂਗੁਏਜ ਆਫ ਪ੍ਰੈਜ਼ੈਂਟ ਪੋਲੀਟੀਕਲ ਐਸੇ, ਜਿਹੜੀ ਕਿ 96 ਦੇ ਵਿੱਚ ਆਈ ਸੀ, ਇਸ ਦੇ ਵਿੱਚ ਉਹਨਾਂ ਨੇ ਪੂਰਬੀ ਪੱਛਮੀ, ਹੁਣ ਤੁਸੀਂ ਨਾਮ ਤੋਂ ਹੀ ਉਹਨਾਂ ਤੋਂ ਪਤਾ ਲੱਗ ਸਕਦਾ ਹੈਗਾ ਵਾ, ਉਹਨਾਂ ਨੇ ਪੂਰਬ ਤੇ ਪੱਛਮ ਦੇ ਜਿਹੜੇ ਹੈਗੇ ਸੀ ਦੋ ਜਿਹੜੇ ਸਮਾਜਾਂ ਦੇ ਪ੍ਰਸੰਗ ਵਿੱਚ ਉੱਭਰ ਰਹੇ ਨਸਲਵਾਦੀ ਪ੍ਰਵਚਨ ਨੂੰ ਅਸਵੀਕਾਰ ਕਰਦਾ ਹੈ। ਨਸਲਵਾਦ ਹੁੰਦਾ ਨਾ ਜਿਹੜਾ, ਉਸਦੇ ਆਧਾਰ ਤੇ, ਸੋ ਇਸ ਚੀਜ਼ ਨੂੰ ਉਹਨਾਂ ਨੇ ਅਸਵੀਕਾਰ ਕਰਦਿਆਂ ਪੂਰਬਵਾਦ ਜਾਂ ਕੇਂਦਰੀ ਧਾਰਨਾਵਾਂ ਨੂੰ ਇਸ ਦੇ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਅੱਗੇ ਆਇੰਦਾ ਹੈਗਾ ਵਾ ਸਾਡੇ ਕੋਲ ਉਪਰੋਕਤ ਸੱਭਿਆਚਾਰ ਅਧਿਐਨ ਦੀ ਪੁਸਤਕਾਂ ਦੇ ਪ੍ਰਸੰਗ 'ਚ ਕਿਹਾ ਜਾ ਸਕਦਾ ਹੈ ਕਿ ਇਹਨਾਂ ਚਿੰਤਕਾਂ ਨੇ ਸੱਭਿਆਚਾਰ ਦੇ ਵਿਭਿੰਨ ਪੱਖ, ਚਾਹੇ ਉਹ ਬਸਤੀਵਾਦ ਦੇ ਆਧਾਰ ਤੇ ਹੋਵੇ, ਚਾਹੇ ਉਹ ਕਿਸੇ ਹੋਰ ਜਿਹੜੇ ਅਨੁਸ਼ਾਸਨਾਂ ਦੇ ਆਧਾਰ ਤੇ ਹੋਵੇ, ਕਿਸੇ ਵੀ ਆਧਾਰ ਤੇ ਹੋਵੇ, ਉਹਨਾਂ ਨੂੰ ਸਥਾਪਿਤ ਕਰਨ ਦੇ ਨਾਲ ਨਾਲ ਨਵੇਂ ਮਾਡਲ ਇਹਨਾਂ ਦੇ ਜਿਹੜੇ ਹੈਗੇ ਸੀ ਉਸਦੇ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਵਿਸ਼ਵੀਕਰਨ ਜਿਹੜਾ ਹੈਗਾ, ਚਾਹੇ ਉਹ ਬਸਤੀਵਾਦ ਹੋਵੇ ਜਾਂ ਕੁਝ ਹੋਰ ਹੋਵੇ, ਉਹਨਾਂ ਨੂੰ ਵੀ ਸਮਝਣ ਦੇ ਯੋਗ ਬਣਾਇਆ ਸੀ। ਇਸ ਦੇ ਨਾਲ ਹੀ ਇਹਨਾਂ ਨੇ ਵਿਸ਼ਵ ਸੱਭਿਆਚਾਰ ਨੂੰ ਸਮਝਣ ਤੇ ਸਮਝਾਉਣ ਦੀ ਗੱਲ ਵੀ ਕੀਤੀ, ਨਾਲ ਉੱਥੇ ਜਿਹੜੇ ਸਥਾਨਕ ਆਮ ਨਾਰਮਲ ਸੱਭਿਆਚਾਰ ਸੀ ਉਹਨਾਂ ਵੱਲ ਵੀ ਸੋਚਣ ਤੇ ਕਾਰਜ ਕਰਨ ਲਈ ਨਵੇਂ ਪ੍ਰਸੰਗ ਜਿਹੜੇ ਹੈਗੇ ਸੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਦੇਖੋ ਇਹਦੇ ਵਿੱਚ ਪੰਜਾਬੀ ਸੱਭਿਆਚਾਰਕ ਅਧਿਐਨ ਜਿਹੜਾ ਸੰਬੰਧੀ ਖੋਜ ਤੇ ਉਸਦੇ ਵਿੱਚ ਜਿਹੜੇ ਅੰਗਰੇਜ਼ੀ ਲੇਖਕਾਂ ਦੇ ਸੰਦਰਭ ਵਿੱਚ ਆਉਂਦੀ ਹੈਗੀ ਆ। ਹੁਣ ਇਸ ਦੇ ਵਿੱਚ ਸਟਾਰਟਿੰਗ ਜਿਹੜੀ ਹੈਗੀ ਹੈ, ਕੋਈ ਇੱਕ ਮਿੰਟ, ਯੈਸ, ਹੁਣ ਉਹ ਵਾਲੀ ਤੇ ਚੀਜ਼ ਅਸੀਂ ਕਰ ਲਈ ਆ। ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਾਰਜ ਕੀਤਾ ਗਿਆ ਸੀ, ਸਰ ਵਿਲੀਅਮ ਜੋਨਸ ਜਿਹੜੇ ਹੈਗੇ ਸੀ, ਉਹਨਾਂ ਨੇ 1784 ਦੇ ਵਿੱਚ ਏਸ਼ੀਆਟਿਕ ਸੁਸਾਇਟੀ ਆਫ ਬੰਗਾਲ, ਇਹ ਕਿਤਾਬ ਮੈਂ ਤੁਹਾਨੂੰ MCQs ਦੇ ਵਿੱਚ ਕਰਵਾਈ ਹੋਈ ਸੀ, ਉਹ ਵੱਖਰੀ ਗੱਲ ਹੈ, ਸ਼ਾਇਦ ਕਿਸੇ ਨੂੰ ਹਜੇ ਤੱਕ ਯਾਦ ਨਾ ਹੋਵੇ। ਇਸ ਤੋਂ ਇਲਾਵਾ ਇਹ ਜਿਹੜੀ ਮੈਂ ਟੈਲੀਗ੍ਰਾਮ ਤੇ ਪਾਏ ਹੋਏ ਸੀ, ਇਹ ਲੋਕਧਾਰਾ ਵਾਲੇ ਕੁਐਸਚਨ ਦੇ ਵਿੱਚ ਆਏ ਸੀ। ਤੇ ਜਿੰਨੇ ਵੀ ਸਾਡੇ ਕੋਲ ਪੱਛਮ ਦੇ ਵਾਲੇ ਜਿਹੜੇ ਹੈਗੇ ਸੀ, ਜਦੋਂ ਇੱਥੇ ਅੰਗਰੇਜ਼ੀ ਹਕੂਮਤ ਦਾ ਦੌਰ ਸੀ, ਉਸ ਸਮੇਂ ਉਹਨਾਂ ਨੇ ਇੱਥੇ ਰਹਿ ਕੇ ਜਿਹੜੀਆਂ ਕਿਤਾਬਾਂ ਲਿਖੀਆਂ ਸੀ, ਉਹਨਾਂ ਦੇ ਵਿੱਚੋਂ ਇਹ ਜਿਹੜੀ ਹੈਗੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ 1804 ਦੇ ਵਿੱਚ ਰੋਇਲ ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦੀ ਸਥਾਪਨਾ ਕਰਕੇ, ਪੁਆਇੰਟ ਨੋਟਡ, ਇਹ ਮੋਸਟ ਇੰਪੋਰਟੈਂਟ ਚੀਜ਼ ਹੈਗੀ ਹੈ, ਸਕਿਪ ਨਾ ਕਰਿਓ। ਇਹਨਾਂ ਦੀ ਸੁਸਾਇਟੀਆਂ ਰਾਹੀਂ ਸਥਾਨਕ ਸੱਭਿਆਚਾਰ ਜਿਹੜਾ ਹੈਗਾ ਸੀ, ਉਸ ਸਮੇਂ ਉੱਥੇ ਜਿਹੜਾ ਸੱਭਿਆਚਾਰ, ਜਿਵੇਂ ਭਾਰਤ ਦੇ ਵਿੱਚ ਹੈਗਾ ਸੀ, ਕਿਹੜੇ ਕਿਹੜੇ ਸਾਡੇ ਕੋਲ ਸੱਭਿਆਚਾਰ ਮਿਲਦੇ ਨੇ, ਤੇ ਲੋਕਧਾਰਾ ਦੀ ਸ਼ਨਾਖਤ, ਇਸ ਤੋਂ ਇਲਾਵਾ ਸਮੱਗਰੀ ਇਕੱਤਰੀਕਰਨ ਤੇ ਸੰਪਾਦਨ ਲਈ ਵਿਦਵਾਨਾਂ ਨੂੰ ਇੱਥੇ ਪ੍ਰੇਰਿਆ ਸੀ। 1849 ਦੇ ਵਿੱਚ ਅੰਗਰੇਜ਼ਾਂ ਦਾ ਪੰਜਾਬ ਤੇ ਰਾਜ ਸਥਾਪਿਤ ਹੋਇਆ। ਉਹ ਹੀ ਇੱਥੇ ਜਿਹੜੇ ਹੈਗੇ ਸੀ ਅੰਗਰੇਜ਼ੀ ਵਿਦਵਾਨ ਆਏ, ਉਹਨਾਂ ਨੇ ਈਸਾਈ ਧਰਮ ਦੇ ਪ੍ਰਚਾਰਕਾਂ ਨੇ ਆਪਣੀਆਂ ਲੋੜਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਪੰਜਾਬ ਦੀ ਲੋਕਧਾਰਾ ਤੇ ਸੱਭਿਆਚਾਰ ਸੰਬੰਧੀ ਕਾਰਜ ਆਰੰਭੇ ਸੀ। ਮਤਲਬ ਇੱਥੇ ਆ ਕੇ ਉਹਨਾਂ ਨੇ ਸਾਡੇ ਸੱਭਿਆਚਾਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਮੇਨ ਉਹਨਾਂ ਦਾ ਆਪਣਾ ਕੰਮ ਕੱਢਣਾ ਸੀ, ਠੀਕ ਹੈ। ਸੋ ਇਸ ਲੜੀ ਵਿੱਚ ਮੇਜਰ ਜੇ ਐਬ ਦਾ ਲੇਖ ਇੱਕ ਆਉਂਦਾ, ਦ on the bells and legend of Punjabi Rifancimento of the legend of Rasalu 1854 ਚ ਫੋਕਲਰ ਜਰਨਲ ਦੇ ਵਿੱਚ ਛਾਪਿਆ ਸੀ। ਸੋ ਇੱਕ ਇਹ ਚੀਜ਼, ਇੱਕ ਇਹ ਚੀਜ਼, ਇਸ ਤੋਂ ਇਲਾਵਾ ਇੱਕ ਇਹ ਜਿਹੜੀਆਂ ਚੀਜ਼ਾਂ ਨੋਟ ਕਰਨੀਆਂ ਨੇ। ਇੱਕ ਲੇਖ ਸੀ ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਨੂੰ ਆਧਾਰ ਬਣਾ ਕੇ ਪੰਜਾਬ ਦੇ ਜਿਹੜੇ ਕਬੀਲੇ, ਸਿੰਧ ਨਦੀ
ਇੱਥੋਂ ਦੇ ਇਤਿਹਾਸ ਦੀ ਸਧਾਰਨ ਵਿਆਖਿਆ ਜ਼ਰੀਏ ਲੋਕਧਾਰਾ ਅਧਿਐਨ ਦੇ ਖੇਤਰ ਦਾ ਕੰਮ ਮੁੱਢ ਬੰਨਿਆ ਤੇ ਇਹ ਲਈ ਪੰਜਾਬੀ ਤੇ ਅੰਗਰੇਜ਼ੀ ਅਨੁਵਾਦ ਦੇ ਨਾਲ ਨਾਲ ਪੰਜਾਬੀ ਪ੍ਰਚਲਿਤ ਮੂਲ ਪਾਠ ਨੂੰ ਵੀ ਪੇਸ਼ ਕਰਦਾ ਹੈਗਾ ਠੀਕ ਹੈ। ਹੋਰ ਵਿਦਵਾਨ ਆਂਦੇ ਸਾਡੇ ਕੋਲ ਜੋਹਨ ਬਰਗਸ, ਜਿਨ੍ਹਾਂ ਦੁਆਰਾ ਸੰਪਾਦਿਤ ਰਸਾਲਾ ਇੰਡੀਅਨ ਐਂਟੀਕੁਇਰੀਜ਼ 1872 ਚ ਆਰੰਭ ਹੋਇਆ। ਰਸਾਲੇ ਦਾ ਮੁੱਖ ਕਾਰਜ ਤੇ ਮਨੋਰਥ ਹੈਗਾ ਸੀ ਸੱਭਿਆਚਾਰਕ ਖੇਤਰਾਂ 'ਚ ਹੋ ਰਹੀ ਖੋਜ ਨੂੰ ਅੰਤਰਰਾਸ਼ਟਰੀ ਪੱਧਰ ਤੇ ਪੇਸ਼ ਕਰਨਾ। ਸਰ ਜੋਹਨ ਬਰਗਸ ਇਸ ਰਸਾਲੇ ਦਾ 37 ਸਾਲ ਤੱਕ ਸੰਪਾਦਕ ਰਹੇ ਹਨ। ਇਸ ਰਸਾਲੇ ਵਿੱਚੋਂ ਹੀ ਪੰਜਾਬ ਦੇ ਰੀਤੀ ਰਿਵਾਜ, ਕਲਾ, ਇਤਿਹਾਸ, ਤਿਉਹਾਰ ਤੇ ਇਤਿਹਾਸ ਤੇ ਭਾਵੇਂ ਸਧਾਰਨ ਜਿਹੀ ਹੀ ਜਾਣਕਾਰੀ ਮਿਲਦੀ ਹੈ, ਪਰ ਤਾਂ ਵੀ ਇਹ ਕਾਫੀ ਇੱਕ ਇੰਪੋਰਟੈਂਟ ਚੀਜ਼ ਮੰਨੀ ਜਾਂਦੀ ਉਸ ਸਮੇਂ ਦੇ ਦੌਰ ਦੇ ਵਿੱਚ। ਤੇ ਇਸ ਵਿੱਚ ਸਾਨੂੰ ਦੰਤ ਕਥਾਵਾਂ, ਸਿਆਣਪ ਕਹਾਣਤਾਂ ਵਿਦੇਸ਼ੀ ਭਾਸ਼ਾ ਦੇ ਵਿੱਚ ਪ੍ਰਕਾਸ਼ਨ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ। ਇਹ ਜਿਹੜੀ ਸਾਡੀ ਲੋਕਧਾਰਾ ਜਿਹੜੀ ਹੈਗੀ ਆ ਉਹ ਤੇ ਸੱਭਿਆਚਾਰ ਸਿੰਪਲ ਸਾਡੇ ਰੀਤੀ ਰਿਵਾਜ ਇੱਥੋਂ ਤੱਕ ਹੀ ਸੀਮਤ ਨਹੀਂ ਹੈਗੀ, ਇਹ ਚੀਜ਼ਾਂ ਵੀ ਤੁਹਾਨੂੰ ਮੋਸਟਲੀ ਆਉਣੀਆਂ ਹੀ ਚਾਹੀਦੀਆਂ ਹੈਗੀਆਂ। ਇੱਕ ਹੋਰ ਅੰਗਰੇਜ਼ ਵਿਦਵਾਨ ਹੈਗੇ ਸੀ ਸਾਡੇ ਕੋਲ ਡੈਂਜ਼ਲ ਚਾਰਲਸ ਜ਼ੈਲਫ ਇਪਸਟਨ ਨੇ ਇੱਕ ਪੱਤਰ ਪ੍ਰੋਸੀਡਿੰਗ ਆਫ ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦੇ ਵਿੱਚ ਔਨ ਦੀ ਐਂਥਰੋਪੋਲੋਜੀ ਆਫ ਪੰਜਾਬ 1882 ਛਪਵਾਇਆ ਸੀ। ਇਹ ਪੰਜਾਬ ਦੇ ਸਮਾਜਿਕ ਤੇ ਸੱਭਿਆਚਾਰਕ ਪ੍ਰਬੰਧ ਤੋਂ ਇਲਾਵਾ ਅੰਗਰੇਜ਼ੀ ਸ਼ਾਸਕਾਂ ਦੀ ਪੰਜਾਬ ਪ੍ਰਤੀ ਰੁਚੀ ਨੂੰ ਵੀ ਉਜਾਗਰ ਕਰਦਾ ਹੈ। ਅੱਗੇ ਦੇਖੋ ਇਸ ਦੇ ਵਿੱਚ ਇਹ ਪੱਤਰ ਅੰਗਰੇਜ਼ ਵਿਦਵਾਨਾਂ ਦੀ ਸਾਹਿਤਕ ਤੇ ਸੱਭਿਆਚਾਰਕ ਰੁਚੀਆਂ ਪ੍ਰਤੀ ਸੋਚ ਨੂੰ ਉਜਾਗਰ ਕਰਦਾ, ਕਿਉਂਕਿ ਜਿਹੜੇ ਹੈਗੇ ਸੀ ਅੰਗਰੇਜ਼ ਇੱਧਰ ਆ ਕੇ ਇਹਨਾਂ ਚੀਜ਼ਾਂ ਦੇ ਬਾਰੇ, ਸਾਡੇ ਸੱਭਿਆਚਾਰ ਦੇ ਬਾਰੇ ਖੋਜ ਕਰਦੇ ਪਏ ਸੀ, ਉਹਨੂੰ ਪੁਆਇੰਟ ਵੀ ਕਰਦੇ ਪਏ, ਉਸਨੂੰ ਨੋਟ ਆਊਟ ਵੀ ਕਰਦੇ ਪਏ ਸੀ, ਨਾਲ ਛਪਵਾ ਵੀ ਰਹੇ ਸੀ। ਸਰ ਰਿਚਰਡ ਟੈਂਪਲ ਜਿਹੜੇ ਸਾਨੂੰ ਮੇਨ ਮਿਲਦੇ ਗਏ ਨੇ, ਉਹਨਾਂ ਨੇ ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦੇ ਵਿੱਚ ਇਹ dissertation on the proper names of Punjabi with special reference to the proper names of villages in the eastern Punjab 1883 ਵਿੱਚ ਛਾਪਿਆ ਸੀ। ਇਸ ਵਿੱਚ ਉਹਨਾਂ ਨੇ ਕੀ ਕੀਤਾ ਸੀ, ਇਤਿਹਾਸਿਕ ਪਰਿਸਥਿਤੀਆਂ ਅਧੀਨ ਨਾਵਾਂ ਦੇ ਪੱਧਰ ਤੇ ਵਿਸਥਾਰਮਈ ਵਿਆਖਿਆ ਦੇ ਮੂਲ ਮੰਤਵ ਨੂੰ ਸਪਸ਼ਟ ਕਰਦੀ ਗਈ ਹੈ। ਇਸ ਤੋਂ ਇਲਾਵਾ ਸਰ ਰਿਚਰਡ ਟੈਂਪਲ ਨੇ ਦੋ ਹੋਰ ਸੌਂਗਸ ਆਫ ਦੀ ਪੀਪਲ ਜਿਹੜੀ ਆਂਦੀ ਹੈ, ਇਸ ਤੋਂ ਇਲਾਵਾ ਫੋਕ ਲੈਜੈਂਡ ਆਫ ਕਿੰਗ ਰਸਾਲੂ ਆਫ ਸਿਆਲਕੋਟ ਪ੍ਰਕਾਸ਼ਿਤ ਕੀਤੇ ਸੀ। ਇੱਕ ਅੱਧਾ ਹੋਰ ਪੈਰਾ ਕਰਵਾਵਾਂਗੀ, ਬਾਕੀ ਅਸੀਂ ਕੱਲ ਕਰਾਂਗੇ, ਕਿਉਂਕਿ ਇੰਨੀਆਂ ਚੀਜ਼ਾਂ ਨੋਟ ਕਰਨੀਆਂ ਸਮਝਣਾ, ਕਿਉਂਕਿ ਮੇਨ ਚੀਜ਼ ਲਿਖੀ ਜਾਏ ਨਾ, ਜ਼ਿਆਦਾ ਇਸ ਦੇ ਵਿੱਚ ਲੋੜ ਨਹੀਂ ਹੈਗੀ ਤੁਹਾਨੂੰ ਇੰਨਾ ਜ਼ਿਆਦਾ ਲਰਨ ਕਰਨ ਦੀ। ਜੋ ਪੈਰਾ ਹੈਗਾ ਸਾਰਾ ਛੋਟਾ ਜਿਹਾ ਪੈਰਾ ਮੇਨ ਹੀ ਦਿੱਤਾ ਹੋਇਆ ਵਾ, ਉਹ ਵੀ ਫਾਲਤੂ ਨਹੀਂ ਹੈਗਾ ਜ਼ਿਆਦਾਤਰ, ਮੈਂ ਉਹ ਚੀਜ਼ ਤੁਹਾਨੂੰ ਕਰਵਾ ਰਹੀ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਰਿਚਰਡ ਟੈਂਪਲ ਦੀ ਲੀਜੈਂਡ ਆਫ ਦੀ ਪੰਜਾਬ 84 ਚ ਵਿੱਚ ਆਈ ਸੀ। ਦੋ ਹੋਰ ਜਿਲਦਾਂ 85 ਤੇ 1900 ਦੇ ਵਿੱਚ ਇਸਦੀਆਂ ਪ੍ਰਕਾਸ਼ਿਤ ਹੋਈਆਂ ਸੀ। ਪੰਜਾਬੀ ਲੋਕ ਸਾਹਿਤ ਦੀ ਸੰਭਾਲ ਤੇ ਅਧਿਐਨ ਬਾਰੇ ਉਹਨਾਂ ਨੇ ਇਸ ਦਾ ਨਾਮ ਕਾਫੀ ਸ਼ਲਾਘਾਯੋਗ ਹੈਗਾ ਸੀ। ਇਸ ਤੋਂ ਇਲਾਵਾ 3 ਜਿਲਦਾਂ 'ਚ ਪ੍ਰਕਾਸ਼ਿਤ ਇਹ ਪੁਸਤਕ ਰਾਜਾ ਰਸਾਲੂ, ਪੂਰਨ ਭਗਤ, ਸਖੀ ਸਰਵਰ, ਗੁੱਗਾ ਪੀਰ, ਮਿਰਜ਼ਾ ਸਾਹਿਬਾ, ਸੱਸੀ ਪੁੰਨੂ ਤੇ 57 ਲੋਕ ਕਥਾਵਾਂ ਦੇ ਵਿਭਿੰਨ ਰੂਪਾਂ ਦਾ ਸੰਕਲਨ ਹੈ। ਠੀਕ ਹੈ, ਬਾਕੀ ਜਿਹੜਾ ਅਸੀਂ ਟੌਪਿਕ ਹੋਏਗਾ ਮੈਂ ਕੱਲ ਕਰਵਾਵਾਂਗੀ। ਸੋ ਜੋ ਚੀਜ਼ ਹੈਗੀ ਆ ਪਲੀਜ਼ ਨੋਟ ਆਊਟ ਰੱਖਣਾ, ਇਸ ਦੇ ਵਿੱਚੋਂ ਕੁਐਸਚਨ ਜ਼ਰੂਰ ਮੈਂ ਪੁੱਟ ਕਰਾਂਗੀ, ਇਹ ਫਾਲਤੂ ਨਹੀਂ ਜਾਣ ਦਿੰਦੀ ਕਿਉਂਕਿ ਹੈ ਕਾਫੀ ਇੰਪੋਰਟੈਂਟ ਹੈ। ਸੋ ਇਹ ਚੀਜ਼ਾਂ ਤੁਹਾਨੂੰ ਲਰਨ ਹੋਣੀ ਚਾਹੀਦੀਆਂ। ਬਾਕੀ ਜਿਹੜਾ ਟੌਪਿਕ ਹੋਏਗਾ ਗੱਲ ਕਰਾਂਗੇ, ਸੋ ਵੀਡੀਓ ਦੇਖਦੇ ਰਹੋ। ਥੈਂਕ ਯੂ।